ਜੈਮ ਸਿੱਕੀ ਮੈਂ ਮਨਦੀਪ ਜੋਸਫ ਇੱਕ ਵਾਰੀ ਫਿਰ ਹਾਜ਼ਰ ਹਾਂ ਪ੍ਰੋਗਰਾਮ ਜਿੱਤ ਦਾ ਸਫ਼ਰ ਲੈ ਕੇ। ਔਰ ਹਰ ਵਾਰ ਦੀ ਤਰ੍ਹਾਂ ਅੱਜ ਮੇਰੇ ਨਾਲ RMS ਸਟੂਡੀਓ ਦੇ ਵਿੱਚ ਮੌਜੂਦ ਹਨ ਪਰਮੇਸ਼ਵਰ ਦੇ ਦਾਸ ਪਾਸਟਰ ਸ਼ਫੀਕ ਮਸੀਹ ਰੰਧਾਵਾ ਜੀ, ਜੋ ਕਿ ਪਿਛਲੇ ਲਗਭਗ 40 ਤੋਂ 45 ਸਾਲਾਂ ਤੋਂ ਪ੍ਰਭੂ ਯਿਸੂ ਮਸੀਹ ਜੀ ਦੀ ਸੇਵਾ ਇੱਕ ਪਾਸਟਰ ਜੀ ਦੇ ਰੂਪ ਵਿੱਚ ਕਰ ਰਹੇ ਹਨ। ਔਰ ਆਓ ਅਸੀਂ ਜਾਣੀਏ ਇਹਨਾਂ ਦੀ ਜ਼ਿੰਦਗੀ ਦੇ ਕੁਝ ਪਹਿਲੂਆਂ ਦੇ ਬਾਰੇ। ਪਾਸਟਰ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ RMS ਸਟੂਡੀਓ ਦੇ ਵਿੱਚ। ਪਾਸਟਰ ਜੀ, ਅੱਜ ਜੋ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਜੋ ਮਕਸਦ ਇਹ ਹੈ ਕਿ ਅੱਜ ਲਗਭਗ 40-45 ਸਾਲ ਹੋ ਗਏ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਸੇਵਾ ਨੂੰ ਕਰ ਰਹੇ ਹੋ, ਪਰ ਅੱਜ ਬਹੁਤ ਸਾਰੀਆਂ ਜੋ ਮਿਨਿਸਟਰੀਆਂ ਚੱਲ ਰਹੀਆਂ ਹਨ ਔਰ ਬਹੁਤ ਸਾਰੀਆਂ ਸੇਵਕਾਈਆਂ ਜਿਨ੍ਹਾਂ ਦਾ ਸੇਵਾ ਕਰਨ ਦਾ ਜਿਹੜਾ ਤਰੀਕਾ ਉਹ ਲਗਭਗ ਟੋਟਲ ਹੀ ਚੇਂਜ ਹੋ ਚੁੱਕਾ। ਬਹੁਤ ਸਾਰੀਆਂ ਮਿਨਿਸਟਰੀਆਂ ਜੋ ਅੱਜ ਆਨਲਾਈਨ ਵੀ ਪ੍ਰਚਾਰ ਹੋ ਰਿਹਾ ਹੈ, ਫੇਸਬੁੱਕਾਂ ਦੇ ਉੱਪਰ, ਇੰਸਟਾਗ੍ਰਾਮ ਦੇ ਉੱਪਰ, ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਇੱਦਾਂ ਦੀਆਂ ਐਪਸ ਆ ਗਈਆਂ ਕਿ ਤੁਸੀਂ ਇੱਕ ਘਰ ਬੈਠੇ ਹੀ ਦੂਰ ਦੇਸ਼ਾਂ ਦੇ ਵਿੱਚ ਵੱਸਦੇ ਪ੍ਰਭੂ ਦੇ ਲੋਕਾਂ ਤਾਈਂ ਆਪਣੇ ਸੰਦੇਸ਼ ਨੂੰ, ਪਰਮੇਸ਼ਵਰ ਦੇ ਵਚਨ ਨੂੰ ਤੁਸੀਂ ਲੈ ਕੇ ਜਾ ਸਕਦੇ ਹੋ। ਪਰ ਜਦੋਂ ਅਸੀਂ ਤੁਹਾਡੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਅੱਜ ਤੋਂ 40 ਸਾਲ 45 ਸਾਲ ਪਹਿਲਾਂ ਕੋਈ ਵੀ ਇੱਦਾਂ ਦੀਆਂ ਟੈਕਨੋਲੋਜੀਆਂ ਨਹੀਂ ਸੀਗੀਆਂ ਮਾਰਕੀਟ ਦੇ ਵਿੱਚ, ਤਾਂ ਔਰ ਅੱਜ ਬਹੁਤ ਸਾਰੇ ਸਾਧਨ ਉਪਲਬਧ ਹੋ ਗਏ ਆ ਕਿ ਜਿਹੜੇ ਪਾਸਟਰ ਸਾਹਿਬਾਨ ਹਨ ਉਹ ਅਲੱਗ-ਅਲੱਗ ਸਾਧਨਾਂ ਨੂੰ ਯੂਜ਼ ਕਰ ਰਹੇ ਆ ਪ੍ਰਭੂ ਦੀ ਸੇਵਾ ਦੇ ਲਈ। ਪਰ ਤੁਹਾਡਾ ਜਿਹੜਾ ਸਮਾਂ ਸੀਗਾ ਪਰਮੇਸ਼ਵਰ ਦਾ, ਉਹ ਕਿੱਦਾਂ ਦਾ ਸੀਗਾ? ਸਭ ਤੋਂ ਪਹਿਲਾਂ ਤੁਹਾਡਾ ਆਪਣਾ ਜੀਵਨ, ਜਦੋਂ ਤੁਸੀਂ ਇੱਕ ਪਾਸਟਰ ਨਹੀਂ ਸੀਗੇ ਤਾਂ ਤੁਹਾਡਾ ਆਪਣਾ ਜੀਵਨ ਕਿੱਦਾਂ ਦਾ ਸੀਗਾ? ਬੇਸ਼ੱਕ ਮਸੀਹੀ ਕ੍ਰਿਸਚਨ ਪਰਿਵਾਰ ਦੇ ਵਿੱਚ ਜਨਮ ਜ਼ਰੂਰ ਲਿਆ ਸੀ। ਸਾਡੇ ਪਿਤਾ ਜੀ ਨੇ ਪਾਕਿਸਤਾਨ ਦੇ ਵਿੱਚ ਹੀ ਯਿਸੂ ਮਸੀਹ ਨੂੰ ਕਬੂਲ ਕੀਤਾ ਸੀਗਾ ਔਰ ਉਸ ਤੋਂ ਬਾਅਦ ਅਸੀਂ ਇੱਧਰ ਆ ਗਏ ਤੇ ਜੋ ਸੰਸਾਰ ਦੇ ਲੋਕ ਕਰਦੇ ਸੀਗੇ, ਮੰਦਰ ਜਾਣਾ, ਗੁਰਦੁਆਰੇ ਜਾਣਾ, ਮਸਜਿਦ ਜਾਣਾ, ਜਿੱਥੇ ਵੀ ਕਿਸੇ ਨੇ ਕਿਹਾ ਉੱਥੇ ਹੀ ਜਾਂਦੇ ਰਹੇ, ਪਰ ਸਾਨੂੰ ਮਸੀਹੀ ਤਾਲੀਮ ਨਹੀਂ ਮਿਲੀ। ਉਸ ਮਸੀਹੀ ਤਾਲੀਮ ਨਾ ਮਿਲਣ ਦੇ ਕਾਰਨ ਹੀ ਜੀਵਨ ਜਿਹੜੇ ਸੀਗੇ ਬਹੁਤ ਜ਼ਿਆਦਾ ਮਸੀਹ ਤੋਂ ਦੂਰ ਸੀਗੇ। ਦੁਸਹਿਰਾ ਦੀਵਾਲੀਆਂ ਨੂੰ ਇੰਤਜ਼ਾਰ ਕਰਦੇ ਰਹੀਦਾ ਸੀਗਾ ਵੀ ਆਊਗੇ, ਦੀਵੇ ਜਗਾਵਾਂਗੇ, ਮਿਠਾਈਆਂ ਲਿਆਵਾਂਗੇ, ਖਾਵਾਂਗੇ, ਪਟਾਕੇ ਚਲਾਵਾਂਗੇ। ਇਹ ਸਾਰਾ ਕੁਛ ਮਤਲਬ ਚੱਲਦਾ ਰਿਹਾ। ਜਿੱਥੇ ਵੀ ਕਿਸੇ ਨੇ ਕਿਹਾ ਉੱਧਰ ਹੀ ਚਲੇ ਜਾਣਾ, ਇਹੋ ਜਿਹਾ ਜੀਵਨ ਸੀਗਾ। ਜਦੋਂ ਕਦੀ ਵੱਡਾ ਦਿਨ ਵੀ ਆ ਜਾਣਾ ਤਾਂ ਉਦੋਂ ਚਰਚ ਵੀ ਚਲੇ ਜਾਣਾ। ਪਾਸਬਾਨ ਉਸ ਵਕਤ ਪ੍ਰਚਾਰ ਕੀ ਕਰਦੇ, ਇਹਦੇ ਨਾਲ ਕੋਈ ਤਾਲੁਕਾਤ ਨਹੀਂ। ਬਸ ਅਸੀਂ ਗਏ ਹਾਂ ਜੀ, ਦਾਨ ਪਾ ਕੇ ਆ ਗਏ ਹਾਂ, ਬਸ ਵੱਡਾ ਦਿਨ ਮਨਾ ਕੇ ਆ ਗਏ ਹਾਂ, ਬਸ ਇੰਨਾ ਤੱਕ ਹੀ ਇਹ ਕਹਾਣੀ ਜਿਹੜੀ ਚੱਲਦੀ ਰਹੀ। ਔਰ ਇਹ ਕਾਫੀ ਲੰਬਾ ਅਰਸਾ ਇਹ ਕਹਾਣੀ ਜਿਹੜੀ ਸੀ ਇੱਦਾਂ ਚੱਲਦੀ ਰਹੀ। ਜਿੱਦਾਂ ਮਸੀਹ ਦਾ ਵਚਨ ਕਹਿੰਦਾ ਉੱਦਾਂ ਅਸੀਂ ਨਹੀਂ ਕਰਦੇ ਸੀਗੇ। ਇੱਕ ਟਾਈਮ ਇਹੋ ਜਿਹਾ ਆ ਗਿਆ, ਜ਼ਿਆਦਾ ਲੰਬੀ ਗੱਲ ਨਾ ਕਰਾਂਦੇ ਹੋਏ, ਕਿ ਪਾਸਟਰ ਮੁਨਸ਼ੀ ਜੀ ਜੇਲ੍ਹ 'ਚ ਚਲੇ ਗਏ। ਔਰ ਜਦੋਂ ਜੇਲ੍ਹ ਵਿੱਚ ਚਲੇ ਗਏ ਤਾਂ ਮੈਂ ਇੱਕ ਵਾਰੀ ਉਹਨਾਂ ਦੇ ਲਈ ਮੁਲਾਕਾਤ ਕਰਨ ਵਾਸਤੇ ਗਿਆ। ਛੋਟਾ ਹੀ ਸੀਗਾ ਮੈਂ, ਤੇ ਉਹ ਜਦੋਂ ਮੈਨੂੰ ਉੱਥੇ ਉਹਨਾਂ ਨੂੰ ਮੈਂ ਦੇਖਿਆ, ਉਹਨਾਂ ਦਾ ਹਾਲਾਤ ਜਿਹੜਾ ਸੀਗਾ ਉਹ ਬੜਾ ਅਜੀਬ ਸੀ। ਅਡੜੀਆਂ ਮੁੱਛਾਂ ਰੱਖੀਆਂ ਹੋਈਆਂ ਸੀ, ਵਾਈਟ ਚਾਦਰਾ, ਵਾਈਟ ਕੁੜਤਾ ਉਹਨਾਂ ਨੇ ਪਹਿਨਿਆ ਹੋਇਆ ਸੀ, ਹੱਥ ਕੜੀ ਲੱਗੀ ਹੋਈ ਸੀਗੀ। ਤੋਂ ਖੜੇ ਹੋ ਕੇ ਉਹ ਯਿਸੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸ ਰਹੇ ਸੀਗੇ, ਪ੍ਰਚਾਰ ਕਰਦੇ ਪਏ ਸੀਗੇ। ਮੈਂ ਦੇਖਿਆ, ਮੈਂ ਹੈਰਾਨ ਹੋ ਗਿਆ ਇਹ ਗੱਲ। ਮੈਂ ਕਿਹਾ ਇਹ ਆਪਣੇ ਮਨ 'ਚ ਕਿਹਾ ਵੀ ਇਹ ਇੱਦਾਂ ਦੇ ਤਾਂ ਹੈ ਨਹੀਂ ਸੀਗੇ, ਇਹ ਕਿੱਦਾਂ ਦੇ ਬਣ ਗਏ ਹੈਗੇ ਆ। ਔਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੂੰ ਜਾ ਕੇ ਢੋਲਕੀ ਸਿੱਖ ਲਈ ਹੁਣ। ਤਾਂ ਮੈਂ ਆ ਰਿਹਾ ਹੈਗਾ ਤਾਂ ਤੂੰ ਮੇਰੇ ਨਾਲ ਢੋਲਕੀ ਵਜਾਇਆ ਕਰਨੀ ਆ। ਸੁਣ ਕੇ ਮੈਂ ਆ ਗਿਆ, ਬੱਸ 'ਚ ਬੈਠ ਗਏ, ਮੈਂ, ਮੇਰਾ ਡੈਡੀ ਸੀਗੇ। ਸੋਚਦਾ ਰਿਹਾ ਮੈਂ ਕਦੀ ਗਾਣਾ ਗਾਉਂਦੇ ਤਾਂ ਦੇਖਿਆ ਨਹੀਂ। ਹਮੇਸ਼ਾ ਸੀਟੀ ਵਜਾ ਕੇ ਉਹ ਗਾਣਾ ਜ਼ਰੂਰ ਗਾਉਂਦੇ ਹੁੰਦੇ ਸੀਗੇ ਕਦੀ ਕਦੀ, ਪਰ ਮੈਂ ਸੋਚਦਾ ਰਿਹਾ ਵੀ ਢੋਲਕੀ ਮੈਂ ਇਹਨੂੰ ਕਹਿੰਦੇ ਸਿੱਖ ਲਾ, ਤੇ ਪਤਾ ਨਹੀਂ ਕੀ ਇਹਨਾਂ ਨੇ ਕਰਿਆ ਕਰਨਾ ਆਣ ਕੇ। ਚਲੋ ਮੈਂ ਦਰਵਾਜ਼ੇ 'ਤੇ ਵਜਾਉਂਦਾ ਹੀ ਹੁੰਦਾ ਸੀ, ਕਦੀ ਟੇਬਲ ਵਜਾਉਣਾ,
ਤਾਂ ਮੈਂ ਢੋਲਕੀ 2 ਦਿਨਾਂ 'ਚ ਹੀ ਮੈਂ ਢੋਲਕੀ ਸਿੱਖ ਲਈ ਤੇ ਸਾਲ 6 ਮਹੀਨਿਆਂ ਬਾਅਦ ਇਹ ਵੀ ਆ ਗਏ। ਜਦੋਂ ਆ ਗਏ ਤੇ ਮਤਲਬ ਯਾਰ ਦੋਸਤ ਸਾਰੇ ਉਹਨਾਂ ਦੇ ਜਦੋਂ ਮੁਲਾਕਾਤ ਕਰਨ ਵਾਸਤੇ ਆਏ ਕਿ ਸਾਡਾ ਯਾਰ ਆਇਆ ਹੈਗਾ, ਤਾਂ ਇੱਦਾਂ ਮੈਂ ਵੀ ਇੱਕ ਸਾਈਡ ਤੇ ਬੈਠਾ ਹੋਇਆ ਸੀ। ਉਹਨਾਂ ਦੇ ਜਿਗਰੀ ਦੋਸਤ ਆਏ, ਸ਼ਰਾਬਾਂ ਦੀਆਂ ਬੋਤਲਾਂ ਲੈ ਲੈ ਕੇ ਸਾਡਾ ਯਾਰ ਆਇਆ, ਔਰ ਉਹ ਅੱਗਿਓਂ ਕਹਿਣ ਉਹ ਮੁੰਸ਼ੀ ਤੇ ਮਰ ਗਿਆ ਜੇਲ੍ਹ ਵਿੱਚ। ਮੇਰੀ ਸਮਝ 'ਚ ਨਹੀਂ ਇਹ ਗੱਲ ਆ ਰਹੀ ਸੀ ਕਿ ਬੰਦਾ ਜਿੰਦਾ ਜਾਂ ਕਹੀ ਜਾਂਦਾ ਮੁੰਸ਼ੀ ਉਹ ਮਰ ਗਿਆ ਜੇਲ੍ਹ ਵਿੱਚ। ਮੈਂ ਸੋਚਦਾ ਰਹਿੰਦਾ ਸੀਗਾ, ਤਾਂ ਉਹਨਾਂ ਨੇ ਸ਼ਰਾਬ ਨਹੀਂ ਪੀਤੀ। ਮੈਂ ਹੈਰਾਨ ਸੀਗਾ ਕਿਉਂਕਿ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਸੀ ਉਹ, ਪਰ ਜੇਲੋਂ ਆਣ ਕੇ ਜਦੋਂ ਉਹਨਾਂ ਨੇ ਸ਼ਰਾਬ ਨਹੀਂ ਪੀਤੀ, ਦੋਸਤ ਸਾਰੇ ਗੁੱਸੇ ਹੋ ਕੇ ਚਲੇ ਗਏ ਉੱਠ ਕੇ। ਮਗਰ ਮੈਂ ਸੋਚਦਾ ਹੀ ਰਿਹਾ ਵੀ ਇਹ ਕੀ ਹੋ ਗਿਆ ਇਹਨਾਂ ਨੂੰ। ਕੁਝ ਦਿਨਾਂ ਬਾਅਦ ਅਸੀਂ ਖੇਤਾਂ ਨੂੰ ਗਏ, ਬਰਸੀਨ ਵੱਢਦੇ ਪਏ ਸੀਗੇ ਤੇ ਉਹ ਵੱਢ ਰਹੇ ਸੀ, ਮੈਂ ਢੇਰੀਆਂ ਚੱਕ ਚੱਕ ਕੇ ਪੱਲੀ ਦੇ ਵਿੱਚ ਪਾ ਰਿਹਾ ਸੀਗਾ। ਅਚਾਨਕ ਇੱਕ ਸੱਪ ਉਹ ਢੇਰੀ ਦੇ ਵਿੱਚ ਕਿਤੇ ਆ ਕੇ ਬੈਠ ਗਿਆ, ਤੇ ਜਦੋਂ ਬੈਠਾ ਤੇ ਮੈਂ ਉਹ ਇੱਦਾਂ ਚੱਕ ਕੇ ਮੋਢੇ ਤੇ ਰੱਖਿਆ ਤੇ ਲਿਆਣ ਕੇ ਪੱਲੀ ਦੇ ਵਿੱਚ ਜਦੋਂ ਪਾਇਆ, ਤਾਂ ਉਹ ਸੱਪ ਜਿਹੜਾ ਸੀ ਅੱਧਾ ਇੱਧਰ ਰਹਿ ਗਿਆ ਤੇ ਅੱਧਾ ਮੇਰੇ ਇਸ ਸਾਈਡ ਤੇ ਚਲਾ ਗਿਆ। ਉਧਰਲੇ ਪਾਸੇ ਇਹਨਾਂ ਦੀ ਦੂਰੋਂ ਨੇੜਿਓਂ ਇੱਕ ਭੈਣ ਲੱਗਦੀ ਸੀਗੀ, ਉਹ ਵੀ 4 ਕਿਆਰੇ ਛੱਡ ਕੇ ਉਹ ਵੀ ਪੱਠੇ ਵੱਢਣ ਡਈ ਸੀਗੀ। ਤੇ ਉਹ ਆਵਾਜ਼ ਦੇਵੇ ਮੈਂ ਮੁੰਸ਼ੀ, ਫੇਰ ਚੁੱਪ ਕਰ ਜਾਏ। ਉਹ ਕਹਿੰਦਾ ਭੈਣ ਕੀ ਗੱਲ ਆ, ਜੋ ਬੋਲਣਾ ਮੰਗਦੀ ਬੋਲ। ਇਸ਼ਾਰਾ ਦੇਵੇ ਵੀ ਉਹ ਦੇਖ ਮੁੰਡੇ ਨੂੰ। ਉਨੀ ਦੇਰ ਨੂੰ ਸੱਪ ਜਿਹੜਾ ਸੀਗਾ ਇੱਧਰ ਪਿੱਛੇ ਉਤਰ ਗਿਆ। ਜਦੋਂ ਉਤਰ ਗਿਆ ਤੇ ਇਹਨਾਂ ਨੇ ਉੱਥੇ ਜ਼ਬੂਰ ਗਾਉਣਾ ਸ਼ੁਰੂ ਕਰ ਦਿੱਤਾ, ਯਾ ਰੱਬ ਤੂੰ ਮੇਰੀ ਪਨਾਹ ਸਤੂਹਾ ਮੇਰੀ ਜਾਨ। ਮੈਂ ਕਿਹਾ ਇਹ ਕੀ ਹੋ ਗਿਆ? ਤੇ ਉਹਨੂੰ ਸੱਪ ਨੂੰ ਕਹਿੰਦੇ ਇੱਥੇ ਰੁਕ ਜਾ ਯਸੂ ਦੇ ਨਾਮ 'ਚ। ਉਹ ਉੱਥੇ ਰੁਕ ਗਿਆ। ਉਹ ਰੁਕਿਆ ਰਿਹਾ ਤੇ ਮੈਨੂੰ ਕਹਿੰਦੇ ਸਾਰੇ ਪੱਠੇ ਪੁੱਠੇ ਪਾ, ਪੰਡ ਬੰਨੀ, ਚੱਕ ਕੇ ਮੇਰੇ ਸਿਰ ਤੇ ਰੱਖ ਦਿੱਤੀ ਤੇ ਉਹਨੂੰ ਫੜ ਲਿਆ। ਉਹਨੇ ਇੱਥੇ ਲਪੇਟਾ ਪਾ ਲਿਆ ਤੇ ਗੀਤ ਗਾਉਂਦੇ ਆਰਾਮ ਨਾਲ ਤੁਰਿਆ ਵੇ, ਮੇਰੇ ਸਿਰ ਤੇ ਪੰਡ ਰੱਖੀ ਹੋਈ। ਤੇ ਸਾਡੇ ਉੱਥੇ ਇੱਕ ਹਲਟੀ ਜੀ ਸੀ, ਕੁਟੀਆ ਸੀਗੀ, ਉੱਥੇ ਇੱਕ ਸ਼ਿਵਜੀ ਦਾ ਪੁਜਾਰੀ ਹੁੰਦਾ ਸੀਗਾ, ਉਹ ਇਹਨਾਂ ਨੂੰ ਬੜਾ ਜਾਣਦਾ ਸੀ। ਅਸੀਂ ਵੀ ਉੱਥੇ ਮਤਲਬ ਜ਼ੋਰ ਜ਼ਾਰ ਕਰਨ ਜਾਂਦੇ ਹੁੰਦੇ ਸੀਗੇ। ਤੇ ਜਦੋਂ ਉਹ ਤਾਂ ਮੈਨੂੰ ਕਹਿੰਦੇ ਵੀ ਇੱਥੇ ਪੰਡ ਸਿੱਟ ਦੇ, ਤੇ ਮੈਂ ਉੱਥੇ ਪੰਡ ਸਿੱਟ ਦਿੱਤੀ। ਤੇ ਉਹਦੇ ਇੱਦਾਂ ਧੂਣਾ ਲੱਗਾ ਹੋਇਆ ਸੀਗਾ, 4-5 ਬੰਦੇ ਬੁੜੀਆਂ ਬੈਠੇ ਹੀ ਰਹਿੰਦੇ ਸੀਗੇ। ਤੇ ਉਹਨਾਂ ਨੇ ਜਾ ਕੇ ਕਹਿੰਦਾ, ਉਹ ਕਹਿੰਦਾ ਆ ਵੇ ਮੁੰਸ਼ੀ ਕਿੱਦਾਂ ਆ? ਕਹਿੰਦਾ ਮੈਂ ਤੁਹਾਡਾ ਰਿਸ਼ਤੇਦਾਰ ਲੈ ਕੇ ਆਇਆ। ਉਹ ਕਹਿੰਦਾ ਰਿਸ਼ਤੇਦਾਰ? ਮੇਰਾ ਤਾਂ 50 ਸਾਲ ਹੋ ਗਏ ਕੋਈ ਰਿਸ਼ਤੇਦਾਰ ਹੈ ਹੀ ਨਹੀਂਗਾ। ਕਹਿੰਦਾ ਨਹੀਂ ਮੈਂ ਲੈ ਕੇ ਆਇਆ ਤੁਹਾਡਾ ਰਿਸ਼ਤੇਦਾਰ, ਫੜੋ। ਉਹ ਜਦੋਂ ਇੱਥੋਂ ਕੱਪੜਾ ਜਿਹਾ ਲਾ ਕੇ ਇੱਦਾਂ ਛੱਡਿਆ, ਉਹ ਸਿੱਧਾ ਹੀ ਉੱਧਰ ਨੂੰ ਭੱਜਾ ਸੱਪ। ਉਹ ਸਾਰੇ ਜਿਹੜੇ ਸੀਗੇ ਉਹ ਭੱਜ ਭੁੱਜ ਗਏ। ਮੈਨੂੰ ਉਹ ਕਹਿੰਦਾ ਉਰਿਆ। ਮੈਂ ਕਿਹਾ ਹਾਂਜੀ, ਤੇਰਾ ਚਾਚਾ ਹੋ ਗਿਆ ਪਾਗਲ। ਤੇ ਘਰ ਜਾ ਕੇ ਉਹਨਾਂ ਨੂੰ ਦੱਸ ਵੀ ਇਹਨੂੰ ਕਿਤੇ ਅੰਮ੍ਰਿਤਸਰ ਲੈ ਕੇ ਜਾਓ। ਮੈਂ ਚੰਗਾ ਜੀ। ਉਹ ਕਹਿੰਦਾ ਇਹਨੂੰ ਫਾੜੋ ਭਰਾਵਾ। ਉਹ ਗਿਆ, ਮੁੜ ਕੇ ਫਿਰ ਉੱਥੋਂ ਉਹਨੂੰ ਫੜਿਆ ਤੇ ਚੱਕ ਕੇ ਆ ਗਿਆ। ਮੇਰੇ ਚੱਕ ਕੇ ਪੰਡ ਫੇਰ ਸਿਰ ਤੇ ਰੱਖ ਦਿੱਤੀ। ਤਾਂ ਮੈਂ ਤਾਂ ਪਰੇਸ਼ਾਨ ਸੀਗਾ। ਮੈਂ ਭੱਜਾਂ ਪੰਡ ਚੱਕ ਕੇ ਛੇਤੀ ਛੇਤੀ। ਤੇ ਮੇਰੇ ਚਾਚੀ ਤੇ ਸਾਡੀ ਨਾਨੀ ਜਿਹੜੀ ਸੀ ਉਹ ਕਹਿੰਦੀ ਮੁੰਸ਼ੀ ਕਿੱਥੇ ਰਹਿ ਗਿਆ? ਮੈਂ ਕਿਹਾ ਪਿੱਛੇ ਆਉਂਦਾ। ਜਦੋਂ ਉੱਥੇ ਜਾ ਕੇ ਪੰਡ ਸਿੱਟੀ ਤੇ ਉਹ ਵੀ ਆ ਗਿਆ। ਉਹਨੇ ਆਉਂਦਿਆਂ ਹੀ ਸੱਪ ਜਿਹੜਾ ਸੀ ਵਿਹੜੇ ਦੇ ਵਿੱਚ ਛੱਡ ਦਿੱਤਾ। ਉਹ ਐਂ ਜਦੋਂ ਭੱਜਾ ਤੇ ਬੁੜੀਆਂ ਦੇ ਮੰਜਿਆਂ ਤੇ ਚੜ੍ਹ ਗਈਆਂ, ਰੌਲਾ ਪਾਉਣ ਲੱਗ ਗਈਆਂ, ਮੈਨੂੰ ਵੀ ਗੁੱਸੇ ਹੋਣ ਲੱਗ ਗਈਆਂ। ਤੇ
ਮੈਨੂੰ ਕਹਿੰਦੀਆਂ ਤੇਰਾ ਚਾਚਾ ਪੁੱਤ ਪਾਗਲ ਹੋ ਗਿਆ ਆ, ਜੇਲੋਂ ਕਾਹਦਾ ਆ ਗਿਆ, ਅਸੀਂ ਤਾਂ ਮੁਸੀਬਤ ਹੀ ਲੈ ਲਈ ਹੈਗੀ ਆ। ਇਹ ਚੀਜ਼ਾਂ ਮੈਂ ਦੇਖਦਾ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਤਾਂ ਇਦਾਂ ਦਾ ਹੈ ਨਹੀਂ ਸੀਗਾ, ਤੇ ਡਰਪੋਕ ਬੜਾ ਸੀਗਾ। ਇਹ ਹੋ ਕੀ ਗਿਆ? ਕਿਉਂਕਿ ਇੱਕ ਵਾਰੀ ਸੱਪ ਇੱਕ ਸਾਡੇ ਘਰ ਵਿੱਚ ਆ ਗਿਆ, ਤਾਂ ਬੱਦਲ ਦਾ ਮੌਸਮ ਹੋਇਆ ਤਾਂ ਮੇਰੀ ਇੱਕ ਕਮੀਜ਼ ਦਾ ਗੋਠ 'ਚ ਸੀ, ਉਹਦੇ 'ਚ ਆਣ ਕੇ ਕਿਤੇ ਉਹ ਬੈਠਾ ਹੋਇਆ ਸੀਗਾ 5-6 ਫੁੱਟ ਦਾ। ਤਾਂ ਮੇਰੀ ਮਾਂ ਨੇ ਜਦੋਂ ਦੇਖਿਆ, ਕਹਿੰਦੀ ਆ ਕਮੀਜ਼ ਮੁੰਡੇ ਦੀ ਥੱਲੇ ਡਿੱਗੀ ਹੋਈ ਹੈਗੀ ਆ, ਤੇ ਜਦੋਂ ਚੱਕਿਆ ਤਾਂ ਉੱਥੇ ਵਿੱਚ ਸੱਪ ਇਹ ਖੁਦ ਜਾ ਕੇ ਮੰਜੇ ਤੇ ਚੜ ਗਿਆ। ਤਾਂ ਸਾਡੀ ਮਾਂ ਨੇ ਕੱਲੀ ਨੇ ਹੀ ਉਹਨੂੰ ਮਾਰਿਆ ਫਿਰ। ਔਰ ਪਾਸਟਰ ਜੀ, ਜਿਸ ਤਰ੍ਹਾਂ ਤੁਹਾਡਾ ਜਿਹੜਾ ਜੀਵਨ ਸੀਗਾ ਸਕੂਲ ਟਾਈਮ ਦਾ, ਕਿੱਦਾਂ ਦਾ ਜੀਵਨ ਸੀਗਾ ਤੁਹਾਡਾ? ਸਕੂਲ ਮੇਰਾ ਇੰਨਾ ਦਿਮਾਗ ਜਿਹੜਾ ਸੀਗਾ ਇੰਨਾ ਮਤਲਬ ਅੱਛਾ ਨਹੀਂ ਸੀਗਾ ਪੜ੍ਹਾਈ ਲਿਖਾਈ ਦੇ ਵਿੱਚ ਵੀ, ਪਰ ਯਾਦਾਸ਼ਤ ਮੇਰੀ ਸ਼ੁਰੂ ਤੋਂ ਠੀਕ ਰਹੀ। ਜਿਹੜੀ ਗੱਲ ਮੈਂ ਦੇਖ ਲਈ ਉਹ ਮੈਨੂੰ ਛੇਤੀ ਭੁੱਲਣੀ ਨਹੀਂ। ਪਰ ਮਨ ਜਿਹੜਾ ਪੜ੍ਹਾਈ ਦੇ ਵਿੱਚ ਨਹੀਂ, ਪੜ੍ਹਾਈ ਦੇ ਵਿੱਚ ਹੈ ਨਹੀਂ ਸੀਗਾ, ਬਸ ਖੇਲਣ ਵਿੱਚ ਸੀਗਾ ਵੀ ਖੇਲ ਲਈਏ ਜੋ ਵੀ ਹੈ। ਖੇਲ ਵਿੱਚ ਕਦੀ ਫੇਲ ਨਹੀਂ ਹੋਇਆ, ਹਰ ਗੇਮ ਦੇ ਵਿੱਚ ਹਾਕੀ ਵੀ ਖੇਲੀ, ਫੁੱਟਬਾਲ ਵੀ ਖੇਲਿਆ, ਕਬੱਡੀ ਵੀ ਖੇਲੀ, ਰੇਸ ਵੀ ਖੇਲੀ, ਮੰਨ ਲਓ ਕਿਸੇ 'ਚ ਵੀ ਮੈਂ ਫੇਲ ਨਹੀਂ ਕਦੀ ਹੋਇਆ ਸੀਗਾ। ਤੇ ਇਸੇ ਤਰੀਕੇ ਦੇ ਨਾਲ ਪੜ੍ਹਾਈ ਨਹੀਂ ਮੈਂ ਪੜ੍ਹ ਸਕਿਆ। ਮੇਰੇ ਛੋਟੇ ਚਾਚਾ ਜੀ ਬਹੁਤ ਮੇਰੀ ਚਿੰਤਾ ਕਰਦੇ ਹੁੰਦੇ ਸੀ, ਬੇਟਾ ਤੂੰ ਪੜ੍ਹਦਾ ਨਹੀਂ, ਤੇਰਾ ਕੀ ਬਣੂਗਾ। ਤੇ ਕਈ ਵਾਰੀ ਮਾਰਕੀਟ ਭੇਜਦੇ ਸੀਗੇ, ਮੈਨੂੰ ਚੇਤਾ ਭੁੱਲ ਜਾਂਦਾ ਸੀਗਾ। ਜਿਹੜੀ ਚੀਜ਼ ਉਹਨਾਂ ਨੇ ਕਹਿਣੀ ਇੱਥੋਂ ਰੱਟਦੇ ਜਾਣਾ, ਉੱਥੇ ਦੁਕਾਨ 'ਤੇ ਜਾ ਕੇ ਮੈਂ ਭੁੱਲ ਜਾਂਦਾ ਹੁੰਦਾ ਸੀਗਾ। ਫਿਰ ਮੈਨੂੰ ਵਾਪਸ ਦੁਕਾਨ ਤੋਂ ਆਉਣਾ ਪੈਂਦਾ ਸੀਗਾ, ਤੇ ਮੈਨੂੰ ਫਿਰ ਇਹ ਮਾਰਦੇ ਹੁੰਦੇ ਸੀਗੇ। ਔਰ ਜਦੋਂ ਫਿਰ ਤੁਹਾਡਾ ਜਿਹੜਾ ਸਫ਼ਰ ਹੈ ਇੱਕ ਪਾਸਟਰ ਦੇ ਰੂਪ 'ਚ ਸ਼ੁਰੂ ਹੋ ਗਿਆ, ਤੁਸੀਂ ਸੇਵਕਾਈ ਨੂੰ ਕਰਨਾ ਸ਼ੁਰੂ ਕਰ ਦਿੱਤਾ। ਹਾਂ, ਸੇਵਕਾਈ ਮੈਂ ਬਹੁਤ ਦੇਰ ਬਾਅਦ ਜਾ ਕੇ ਸ਼ੁਰੂ ਕੀਤੀ। ਜਿੱਦਾਂ ਮੈਂ ਦੱਸ ਰਿਹਾ ਸੀਗਾ ਮੁਨਸ਼ੀ ਜੀ ਦੀ ਗੱਲ, ਉਹਨਾਂ ਦੇ ਨਾਲ ਫਿਰ ਇੱਧਰ ਉੱਧਰ ਜਾਣਾ ਸ਼ੁਰੂ ਕੀਤਾ ਮੈਂ। ਔਰ ਕਿਉਂਕਿ ਉਹਨਾਂ ਦਿਨਾਂ 'ਚ ਢੋਲਕੀ ਵਜਾਉਣ ਵਾਲਾ ਇਹਨਾਂ ਨੂੰ ਕੋਈ ਲੱਭਦਾ ਨਹੀਂ ਸੀ, ਤਾਂ ਮੈਨੂੰ ਹਮੇਸ਼ਾ ਨਾਲ ਰੱਖਦੇ ਸੀਗੇ। ਤਾਂ ਮੈਂ ਪਾਂਡੀ ਦਾ ਕੰਮ ਵੀ ਕਰਦਾ ਸੀਗਾ, ਲਿਟਰੇਚਰ ਇਹਨਾਂ ਮੇਰੇ ਸਿਰ ਤੇ ਰੱਖ ਦੇਣਾ, ਤੇ ਚੱਲ ਵੀ ਬੱਸ ਤੇ ਚੜਾ ਦੇ ਤੇ ਬੱਸ ਤੇ ਲਾ ਦੇ, ਤੇ ਉਹ ਫਲਾਨੀ ਜਗ੍ਹਾ ਛੱਡ ਕੇ ਆ ਜਾ। ਤਾਂ ਮੈਂ ਇਹ ਵੀ ਕੰਮ ਨਾਲ ਕਰਦਾ ਹੁੰਦਾ ਸੀ। ਤੇ ਜਦੋਂ ਵੀ ਇਹਨਾਂ ਨੇ ਕਿਤੇ ਮੰਨ ਲਓ ਜਾਣਾ, ਤਾਂ ਮੇਰੇ ਇਹਨਾਂ ਨੇ ਢੋਲਕੀ ਢਿੱਡ ਨੂੰ ਬੰਨ੍ਹ ਦੇਣੀ, ਆਪ ਉਹਨਾਂ ਨੇ ਕੌਡੀਅਨ ਫੜ ਲੈਣਾ, ਕਿਸੇ ਨੇ ਚਿਮਟਾ ਫੜ ਲੈਣਾ, ਕਿਸੇ ਨੇ ਕੁਛ, ਤੇ ਬਾਜ਼ਾਰਾਂ ਦੇ ਵਿੱਚ ਗਾਉਂਦੇ ਹੁੰਦੇ ਸੀਗੇ। ਤੇ ਮੈਨੂੰ ਵੀ ਇਹਨਾਂ ਨੇ ਮੰਨ ਲਓ ਟੁੰਬਦੇ ਰਹਿਣਾ, ਤੇ ਆਇਤਾਂ ਇਹਨਾਂ ਦੀਆਂ ਹੀ ਸੁਣ ਕੇ ਮੈਂ ਵੀ ਐਤਾਂ ਬੋਲਣੀਆਂ ਸ਼ੁਰੂ ਕਰ ਦਿੰਦਾ ਸੀਗਾ। ਇੱਕ ਦੂਸਰੇ ਨਾਲ ਜਿੱਦ ਕੇ ਐਤਾਂ ਬੋਲਣੀਆਂ, ਜ਼ੋਰ ਲਾ ਕੇ ਐਤਾਂ ਬੋਲਣੀਆਂ। ਪਰ ਭਾਵੇਂ ਜੀਵਨ ਮੇਰਾ ਨਹੀਂ ਬਦਲਿਆ ਸੀਗਾ, ਪਰ ਮੈਂ ਗਾਉਂਦਾ ਸੀਗਾ, ਨਾਲ ਵਜਾਈਦਾ ਵੀ ਸੀਗਾ। ਤੇ ਇਹੋ ਜਿਹਾ ਮੈਂ ਇਹਨਾਂ ਦੇ ਨਾਲ ਰਹਿੰਦੇ ਮੰਨ ਲਓ ਕਾਫੀ ਮੈਨੂੰ ਵਚਨ ਦੇ ਬਾਰੇ ਪਤਾ ਲੱਗਦਾ ਗਿਆ। ਔਰ ਉਹ ਵਚਨ ਜਿਹੜਾ ਉਹ ਬੋਲਦੇ ਸੀਗੇ ਤੇ ਉਹ ਸੁਣ ਲਈਦਾ ਸੀਗਾ, ਪਰ ਅਮਲ ਕੋਈ ਨਹੀਂ ਸੀਗਾ। ਕੁਝ ਸਮਾਂ ਮੰਨ ਲਓ ਇਹੋ ਜਿਹਾ ਜ਼ਿੰਦਗੀ ਦੇ ਵਿੱਚ ਆ ਗਿਆ, ਦਰਸ਼ਨ ਮੈਨੂੰ ਬਹੁਤ ਹੁੰਦੇ ਸੀਗੇ। ਦਰਸ਼ਨ ਇੱਦਾਂ ਦੇ ਮੰਨ ਲਓ ਹੋਣੇ ਮੈਨੂੰ ਕਿ ਹੈਰਾਨ ਹੀ ਕਰਨ ਵਾਲੇ ਦਿਨ ਉਹ ਹੋ ਜਾਂਦਾ ਸੀਗਾ। ਜਿੱਦਾਂ ਤਕਰੀਬਨ ਅਕਤੂਬਰ ਦਾ ਮਹੀਨਾ ਸੀਗਾ, ਦਸੰਬਰ ਦਾ ਮਹੀਨਾ, ਅਸੀਂ ਬਸ਼ਾਰਤ ਕਰਦੇ ਪਏ ਸੀਗੇ, ਤੇ ਅਚਾਨਕ ਮੇਰੇ ਸਰੀਰ ਤੇ ਫੋੜੇ ਨਿਕਲ ਆਏ। ਛੋਟੀ ਛੋਟੀ ਫਿੰਸਣੀ ਥੱਲਿਓਂ ਏਡਾ ਮੋਟਾ ਉਗੜ ਹੋ ਜਾਣਾ, ਤਾਂ ਬੜੀ ਬੁਰੀ ਹਾਲਤ ਉਹਨਾਂ ਦਿਨਾਂ ਦੇ ਵਿੱਚ ਮੇਰੀ ਹੋ ਗਈ। ਪਰ ਮੈਨੂੰ ਕੋਈ ਚਿੰਤਾ ਨਹੀਂ, ਫਿਰ ਵੀ ਮੈਂ ਚੱਲਦਾ ਰਹਿੰਦਾ ਸੀਗਾ। ਜਦੋਂ ਤੱਕ ਮੇਰੇ ਸਰੀਰ 'ਚ ਤਾਕਤ ਰਹੀ, ਮੈਂ ਉਹਨਾਂ ਦੇ ਨਾਲ ਵਜਾਉਂਦਾ ਰਿਹਾ। ਉਸ ਤੋਂ ਬਾਅਦ ਮੈਂ ਚਾਰਪਾਈ ਦੇ ਉੱਤੇ ਆ ਗਿਆ। ਤਕਰੀਬਨ
3 ਮਹੀਨੇ ਤੱਕ ਮੇਰੇ ਹਾਲਾਤ ਬਹੁਤ ਗੰਭੀਰ ਹੋ ਗਏ। ਕੀ ਦਿੱਕਤ ਕੀ ਆਈ ਸੀ ਤੁਹਾਨੂੰ ਜਦੋਂ ਤੁਸੀਂ ਚਾਰਪਾਈ ਤੇ ਆ ਗਏ? ਅਚਾਨਕ ਫੋੜੇ ਜਿਹੜੇ ਸੀਗੇ ਮੇਰੇ, ਤੁਸੀਂ ਇੱਥੇ ਨਿਸ਼ਾਨ ਦੇਖਦੇ ਹੋਗੇ, ਇੱਥੇ ਨਿਸ਼ਾਨ ਦੇ ਫੋੜਿਆਂ ਦੇ ਨਿਸ਼ਾਨ, ਫਿਰ ਆਹ ਚੀਜ਼ ਸਾਰੀ ਫੋੜੇ ਹੀ ਫੋੜੇ ਹੋ ਗਏ ਸੀ, ਜਿੱਦਾਂ ਇੱਕ ਅਯੂਬ ਦਾ ਹਾਲ ਸੀਗਾ ਜੀ, ਉਹਦੇ ਵੀ ਫੋੜੇ ਹੋਏ ਸੀਗੇ। ਇੱਦਾਂ ਹੀ ਮੇਰੇ ਫੋੜੇ ਨਿਕਲ ਆਏ ਤੇ ਮੈਂ ਬਹੁਤ ਦੁੱਖ ਦੇ ਵਿੱਚ ਸੀਗਾ, ਪਰ ਮੈਨੂੰ ਇੰਨਾ ਜ਼ਿਆਦਾ ਮਹਿਸੂਸ ਵੀ ਨਹੀਂ ਹੁੰਦਾ ਸੀ, ਕੱਪੜੇ ਨਹੀਂ ਪਹਿਨ ਸਕਦਾ ਸੀਗਾ। ਉਹਨਾਂ ਦਿਨਾਂ ਦੇ ਵਿੱਚ ਐਸੇ ਦਰਸ਼ਨ ਮੈਨੂੰ ਹੁੰਦੇ ਆਏ, ਜਿਸ ਤਰ੍ਹਾਂ ਇੱਕ ਦਿਨ ਦੁਪਹਿਰ ਨੂੰ ਮੈਂ ਇੱਦਾਂ ਲੇਟਿਆ ਹੋਇਆ ਸੀਗਾ ਤੇ ਮੈਂ ਰਸੂਲਾਂ ਦੀ ਕਿਤਾਬ ਜਿਹੜੀ ਸੀਗੀ, ਰਸੂਲਾਂ ਦੇ ਕਿਤਾਬ, ਉਹ ਪੜ੍ਹਦਾ ਰਹਿੰਦਾ ਸੀਗਾ। ਲੇਟਿਆ ਮੈਂ ਕਿਤੇ ਜਾ ਤੇ ਉੱਠਦਾ ਨਹੀਂ ਸੀਗਾ, ਬੈਠਾ ਰਹਿੰਦਾ ਸੀਗਾ ਇੱਦਾਂ, ਇੱਥੇ ਤਕੀਆ ਰੱਖ ਲੈਣਾ, ਬਾਈਬਲ ਇੱਦਾਂ ਲੇਟੇ ਲੇਟੇ ਪੜ੍ਹਦੇ ਰਹਿਣੀ। ਤੇ ਉਹ ਪੜ੍ਹਦੇ ਮੈਂ ਇੱਕ ਦਰਸ਼ਨ ਦੇਖਣਾ ਸ਼ੁਰੂ ਕੀਤਾ ਕਿ ਸੰਤ ਪੌਲੁਸ ਜੀ ਮੇਰੇ ਕੋਲ ਆਣ ਕੇ ਬੈਠ ਗਏ ਤੇ ਮੈਂ ਉਹਨਾਂ ਨੂੰ ਕਹਿੰਦਾ ਆ, ਬਈ ਕਿੱਥੋਂ ਆਏ ਆ ਤੁਸੀਂ, ਤੁਹਾਡਾ ਨਾਮ ਕੀ ਹੈ, ਤੁਸੀਂ ਆਏ ਕਿੱਦਾਂ ਹੋ? ਤੋ ਮੈਨੂੰ ਅੱਗੇ ਉਹ ਕਹਿੰਦੇ, ਤੁਸੀਂ ਬਾਈਬਲ 'ਚ ਮੇਰੇ ਬਾਰੇ ਨਹੀਂ ਪੜ੍ਹਿਆ ਤੂੰ? ਮੈਂ ਕਿਹਾ ਜੀ ਮੈਂ ਤਾਂ ਕੁਛ ਨਹੀਂ ਪੜ੍ਹਿਆ। ਕਹਿੰਦਾ ਹੁਣੇ ਤਾਂ ਤੂੰ ਪੜ੍ਹ ਕੇ ਹਟਿਆ ਆ, ਰਸੂਲਾਂ ਦੇ ਕਿਤਾਬ ਤੂੰ ਪੜ੍ਹੀ ਨਹੀਂ? ਮੈਂ ਕਿਹਾ ਹਾਂਜੀ। ਕਹਿੰਦਾ ਉਹ ਮੇਰੇ ਹੀ ਤੇ ਬਾਰੇ ਲਿਖਿਆ ਹੋਇਆ ਹੈ। ਮੈਂ ਉਹਨਾਂ ਨੂੰ ਬੜਾ ਹੈਰਾਨਗੀ ਨਾਲ ਦੇਖਦਾ ਆ, ਹੈ ਕਹਿੰਦਾ ਮੈਂ ਪੌਲੁਸ ਆ ਜਿਹਦੇ ਬਾਰੇ ਤੂੰ ਰੋਜ਼ ਪੜ੍ਹਦਾ ਹੈਗਾ। ਮੈਂ ਬਹੁਤ ਹੈਰਾਨ ਹੁੰਦਾ ਆ। ਮੈਂ ਅੱਜ ਵੀ ਉਹਦਾ ਕੱਦ ਬਾਰੇ ਦੱਸ ਸਕਦਾ ਆ, ਉਹਦੀ ਹਾਈਟ ਬਾਰੇ ਦੱਸ ਸਕਦਾ, ਉਹਦੇ ਪਹਿਰਾਵੇ ਬਾਰੇ ਦੱਸ ਸਕਦਾ ਆ, ਕਿੱਦਾਂ ਦੀ ਉਹਦੀ ਬੋਡੀ ਸਟਰੋਂਗ ਸੀਗੀ। ਤਾਂ ਮੈਂ ਹੈਰਾਨ ਹੋ ਗਿਆ। ਕਹਿੰਦਾ ਮੈਂ ਤੈਨੂੰ ਇਹੀ ਦੱਸਣ ਆਇਆ ਵੀ ਹਿੰਮਤ ਨਾ ਹਾਰੀ, ਇਹ ਧੋਖੇ ਆਉਂਦੇ ਹੀ ਆ। ਤਾਂ ਇਹ ਗੱਲਾਂ ਕਰਕੇ ਉਹ ਚਲੇ ਜਾਂਦੇ ਆ। ਤਾਂ ਮੈਂ ਹੈਰਾਨ ਹੁੰਦਾ, ਮੈਂ ਕਿ ਨਾ ਇੱਥੇ ਬੰਦਾ ਬੈਠਾ ਸੀਗਾ, ਕਿੱਥੇ ਚਲਾ ਗਿਆ ਇੱਕਦਮ ਹੀ। ਖੈਰ 2 ਦਿਨਾਂ ਬਾਅਦ ਮੈਂ ਫਿਰ ਪੜ੍ਹਦਾ ਸੀ, ਫਿਰ ਪਤਰਸ ਜੀ ਆ ਗਏ ਮੇਰੇ ਕੋਲ। ਮੈਂ ਜੀ ਆ ਤੁਸੀਂ ਕੌਣ? ਕਹਿੰਦਾ ਮੈਂ ਪਤਰਸ ਹੈਗਾ, ਤੂੰ ਪੜ੍ਹਿਆ ਨਹੀਂ ਬਾਈਬਲ 'ਚੋਂ? ਮੈਂ ਕਿਹਾ ਹਾਂ। ਕਹਿੰਦਾ ਉਹੀ ਪਤਰਸ ਮੈਂ ਆ। ਮੈਂ ਬਹੁਤ ਦੇਖ ਕੇ ਖੁਸ਼ ਹੁੰਦਾ ਹੈ, ਇੰਨੇ ਸੋਹਣੇ ਤੁਸੀਂ, ਬੜੀ ਸੁੰਦਰ ਦਾੜੀ, ਗੋਰੇ ਚਿੱਟੇ ਲੰਬੇ ਉੱਚੇ ਜਵਾਨ। ਮੈਂ ਦੇਖਦਾ ਮੈਨੂੰ ਬੜੀ ਖੁਸ਼ੀ ਹੁੰਦੀ ਇਸ ਗੱਲ ਨੂੰ ਦੇਖ ਕੇ। ਕਹਿੰਦਾ ਕਾਇਮ ਰਹੀ, ਇੱਦਾਂ ਦੀਆਂ ਤਕਲੀਫਾਂ ਆਉਣੀਆਂ ਹੀ ਆਉਣੀਆਂ ਆ। ਮੈਂ ਕਿਹਾ ਅੱਛਾ ਜੀ। ਤੇ ਆ ਗੱਲਾਂ ਕਰਕੇ ਤੂੰ ਅਲੋਪ ਹੋ ਗਿਆ। ਮੈਂ ਤੇ ਜਦੋਂ ਕੋਈ ਮੇਰਾ ਪਤਾ ਲੈਣ ਵਾਸਤੇ ਆਉਂਦਾ ਹੁੰਦਾ ਸੀ, ਉਹ ਯਾਰ ਜਾ ਕੇ ਚੱਲ ਪਤਾ ਕਰਕੇ ਆਉਣੇ ਆਉਂਦਾ, ਤੇ ਜਦੋਂ ਮੈਂ ਉਹਨਾਂ ਨੂੰ ਪਾਸਟਰਾਂ ਨੂੰ ਦੱਸਣਾ, ਯਾਰ ਤੇਰੀਆਂ ਤੇ ਗੱਲਾਂ ਹੀ ਕਦੀ ਅਜੀਬ ਜੀਆਂ, ਲੋਕਾਂ ਨੂੰ ਯਿਸੂ ਮਸੀਹ ਮਿਲਦਾ, ਤੈਨੂੰ ਕਦੀ ਪੌਲੁਸ ਆਣ ਕੇ ਮਿਲ ਜਾਂਦਾ, ਕਦੀ ਪਤਰਸ ਆ ਕੇ ਮਿਲ ਜਾਂਦਾ। ਮੈਂ ਭਰਾਓ ਇਹਦੇ ਬਾਰੇ ਮੈਨੂੰ ਨਹੀਂ ਪਤਾ, ਪਰ ਜੋ ਮੈਨੂੰ ਮਿਲਦੇ ਆ ਮੈਂ ਤੁਹਾਨੂੰ ਦੱਸਦਾ ਹੈਗਾ ਆ। ਖੈਰ ਐਦਾਂ ਦੇ ਦਰਸ਼ਨ ਜਿਹੜੇ ਸੀਗੇ ਮੈਨੂੰ ਹੁੰਦੇ ਗਏ। ਮੇਰਾ ਰੁਝਾਨ ਜਿਹੜਾ ਸੀਗਾ ਥੋੜਾ ਇੱਧਰ ਨੂੰ ਮੁੜਨ ਲੱਗ ਗਿਆ, ਸੇਵਕਾਈ ਦੇ ਵੱਲ। ਹਾਂ, ਸੇਵਕਾਈ ਨਹੀਂ, ਉੱਦਾਂ ਹੀ ਬਸ ਵੀ ਇਹਦੇ ਮਗਰ ਤੁਰਨਾ ਚਾਹੀਦਾ ਹੈ ਕਿ ਆਪਣੀ ਸਲੀਬ ਨੂੰ ਚੁੱਕਣਾ ਹੈ ਔਰ ਸਹੀ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਮਗਰ ਚੱਲਣਾ ਹੈ। ਤੋ ਇੱਦਾਂ ਮਤਲਬ ਚੱਲਦਾ ਰਿਹਾ। ਫਿਰ ਸੰਸਾਰਪੁਰ ਦੇ ਵਿੱਚ ਇੱਕ ਜਗ੍ਹਾ ਮੀਟਿੰਗ ਹੁੰਦੀ ਸੀ, ਮੈਂ ਉੱਥੇ ਜਾਣਾ ਸ਼ੁਰੂ ਕੀਤਾ। ਤੇ ਉੱਥੇ ਇੱਕ ਦਿਨ ਮੈਂ ਗਿਆ ਤੇ ਮੇਰਾ ਆਤਮਾ ਜਿਹੜਾ ਸੀ ਨਿਕਲ ਕੇ ਉਹ ਅਸਮਾਨ 'ਚ ਚਲਾ ਗਿਆ, ਔਰ ਮੈਂ ਦੇਖਦਾ ਆ ਫਰਿਸ਼ਤੇ ਬੇਹੱਦ, ਜਿੱਧਰ ਨੂੰ ਦੇਖਦਾ ਉੱਧਰ ਹੀ ਫਰਿਸ਼ਤੇ ਮੈਨੂੰ ਝੁਕ ਕੇ ਸਲਾਮਾਂ ਕਰਦੇ ਪਏ ਹੈਗੇ। ਮੈਂ ਹੈਰਾਨ ਹੁੰਦਾ ਆ ਕਿ ਤੇ ਜਿੱਦਾਂ ਇੱਕ ਰਾਜਾ ਸਟੈਪ ਬਾਈ ਸਟੈਪ ਚੱਲਦਾ ਆ, ਇੱਦਾਂ
ਮੈਂ ਤੁਰਦਾ ਆ ਤੇ ਪਿੱਛੋਂ ਆਵਾਜ਼ਾਂ ਆਉਂਦੀਆਂ ਹੈਗੀਆਂ ਆ, ਦਾਊਦ ਕਾ ਛੋਟਾ ਭਾਈ ਆ ਰਹਾ ਹੈ। ਤਾਂ ਮੈਂ ਅੱਗੇ ਪਿੱਛੇ ਦੇਖਦਾ ਆ, ਦਾਊਦ ਦਾ ਛੋਟਾ ਭਰਾ ਕਿਹੜਾ ਹੋਇਆ ਹੈ? ਮੈਂ ਆਪਣੇ ਆਪ ਨੂੰ ਵੀ ਦੇਖਦਾ ਆ, ਪਿੱਛੇ ਵੀ ਦੇਖਦਾ ਆ, ਮੈਨੂੰ ਦਿਖਾਈ ਤੇ ਕੁਛ ਨਹੀਂ ਦਿੰਦਾ। ਪਰ ਇੱਦਾਂ ਕਰਦੇ ਕਰਦੇ ਬੜੀ ਦੂਰ ਮੈਂ ਪਹੁੰਚ ਜਾਂਦਾ ਆ ਤੇ ਇਸ ਕਮਰੇ ਤੋਂ ਵੀ ਵੱਡਾ ਇੱਕ ਕਮਰਾ ਹੁੰਦਾ ਆ, ਉਹਦੇ ਵਿੱਚ ਪ੍ਰਭੂ ਯਿਸੂ ਜੀ ਬੈਠੇ ਹੁੰਦੇ ਆ। ਗੋਲਡਨ ਲਿਬਾਸ ਆ, ਸਿਰ ਉੱਤੇ ਤਾਜ ਆ। ਔਰ ਜਦੋਂ ਮੈਂ ਉੱਥੇ ਪਹੁੰਚਦਾ ਆ, ਜਵਾਲਾ ਨਿਕਲਦੀਆਂ ਪਈਆਂ ਉਸ ਕਮਰੇ ਦੇ ਵਿੱਚ, ਮੈਂ ਹੈਰਾਨ ਹੁੰਦਾ। ਔਰ ਮੈਂ ਜਾ ਕੇ ਇੱਥੋਂ ਦੀ ਯਿਸੂ ਮਸੀਹ ਦੇ ਦੋਨੇ ਲੱਤਾਂ ਦੇ ਵਿੱਚੋਂ ਦੀ ਇੱਦਾਂ ਪਾ ਕੇ ਤੇ ਮੈਂ ਇੱਥੇ ਉਹਨਾਂ ਦੇ ਸਿਰ ਰੱਖ ਦਿੰਦਾ ਆ ਤੇ ਮੈਂ ਕਹਿੰਦਾ ਆ, ਮੈਂ ਹੁਣ ਇੱਥੋਂ ਨਹੀਂ ਜਾਣਾ, ਮੈਂ ਹੁਣ ਇੱਥੋਂ ਨਹੀਂ ਜਾਣਾ। ਉਹ ਮੈਨੂੰ ਕਹਿੰਦੇ, ਨਹੀਂ ਅਜੇ ਜਾਣਾ ਆ, ਤੂੰ ਉੱਥੇ ਅਜੇ ਤੂੰ ਕੰਮ ਕਰਨਾ ਹੈਗਾ ਆ। ਜਦੋਂ ਮੈਂ ਇੱਦਾਂ ਕਹਿੰਦਾ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਂ ਇੱਥੇ ਹੀ ਰਹਿਣਾ, ਮੈਂ ਇੱਥੇ ਹੀ ਰਹਿਣਾ ਹੈਗਾ ਆ, ਤਾਂ ਮੈਂ ਉਹ ਵਾਪਸ ਜਦੋਂ ਆਇਆ, ਜਿਹੜੀ ਮੀਟਿੰਗ 'ਚ ਮੈਂ ਬੈਠਾ ਸੀ, ਮੀਟਿੰਗ ਖਤਮ ਵੀ ਹੋ ਗਈ ਸੀ, ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ ਤੇ ਜਿਨ੍ਹਾਂ ਦੇ ਘਰ ਮੀਟਿੰਗ ਸੀਗੀ ਉਹ ਤੇ ਪਾਸਟਰ ਜੀ ਬੈਠੇ ਹੋਏ। ਮੈਨੂੰ ਕਹਿੰਦੇ, ਕਾਕਾ ਜੇ ਮੀਟਿੰਗ 'ਚ ਆਉਣਾ ਹੁੰਦਾ ਆ ਤੇ ਸੋਇਆ ਨਾ ਕਰ। ਮੈਂ ਕਿਹਾ ਅੱਛਾ ਜੀ। ਤੇ ਮੈਂ ਉਹ ਵਾਪਸ ਆ ਗਿਆ। ਮੈਂ ਬੜਾ ਹੈਰਾਨ, ਕੀ ਆ ਇਹ ਗੱਲਾਂ, ਮੈਨੂੰ ਸਮਝ ਨਹੀਂ ਆ ਰਹੀ ਹੈਗੀ ਇਹ ਗੱਲਾਂ ਦੀ। ਖੈਰ ਇਹ ਚੱਲਦਾ ਰਿਹਾ ਔਰ ਉਸ ਤੋਂ ਬਾਅਦ ਪਾਸਟਰ ਜੱਕੀ ਉਸ ਵਕਤ ਮਤਲਬ ਡਿਊਟੀ ਤੇ ਟੀਚਰ ਦੀ ਨੌਕਰੀ ਲੱਗ ਗਈ। ਪਮਲਾਦਾ ਇੱਕ ਪਿੰਡ ਆ ਡਲਹੌਜ਼ੀ ਦੇ ਲਾਗੇ, ਤੇ ਪਾਸਟਰ ਮੁੰਸ਼ੀ ਔਰ ਅਸੀਂ 5-7 ਜਣੇ ਹੋਰ ਮੈਨੂੰ ਉੱਥੇ ਲੈ ਕੇ ਗਏ। ਜਦੋਂ ਉਸ ਜਗ੍ਹਾ ਦੇ ਉੱਤੇ ਗਏ ਤੇ ਰਾਤ ਸਾਰੀ ਉਹਨਾਂ ਨੇ ਗਾਇਆ ਬਜਾਇਆ। ਅਗਲੇ ਦਿਨ ਕਹਿੰਦੇ ਡਲਹੌਜ਼ੀ ਜਾਣਾ ਆ ਜੀ, ਡਲਹੌਜ਼ੀ ਚਲੇ ਗਏ। ਸ਼ਾਮ ਦਾ ਟਾਈਮ, ਬਰਫ਼ ਪੈਣ ਲੱਗ ਗਈ। ਮੈਨੂੰ ਉਹਨਾਂ ਨੇ ਢੋਲਕੀ ਵਜਾਉਣ ਤੇ ਲਾ ਦਿੱਤਾ। ਆਪ ਬਾਜ਼ਾਰ 'ਚ ਗਾਉਂਦੇ 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 ਰਾਤ ਦੇ 12 ਵੱਜ ਗਏ। ਮੈਂ ਉਹਨੂੰ ਕਹਿੰਦਾ, ਰੋਟੀ ਪਾਣੀ ਦਾ ਵੀ ਜੁਗਾੜ ਕਿਤੇ ਹੈਗਾ ਕਿ ਇੱਦਾਂ ਹੀ ਚੱਲੂ ਅੱਜ ਰਾਤ? ਉਹਨੇ ਚੁੱਪ ਕਰ। ਹਰ ਚੁਰਾਹੇ ਤੇ ਖੜੇ ਹੋ ਕੇ ਪ੍ਰਚਾਰ ਕਰੀ ਜਾਂਦੇ ਹੈਗੇ ਆ, ਨਾ ਕੋਈ ਅੱਗੇ ਦੀ ਖਬਰ ਨਾ ਪਿੱਛੇ ਦੀ ਖਬਰ। ਮੈਂ ਵੀ ਦੜਾ ਵੱਟ ਕੇ ਢੋਲਕੀ ਵਜਾਈ ਜਾਣਾ, ਗਾਈ ਜਾਣਾ ਨਾਲ। ਜਦੋਂ ਹੋ ਗਈ ਰਾਤ, ਇੱਕ ਜਗ੍ਹਾ ਤੇ ਫਾਦਰ ਸੀਗਾ ਕੈਥਲਿਕ, ਉਹਨਾਂ ਨੇ ਇੱਕ ਬੰਦਾ ਆਪਣਾ ਭੇਜਿਆ ਵੀ ਤੁਹਾਡੇ ਖਾਣ ਪੀਣ ਦਾ ਇੰਤਜ਼ਾਮ ਅਸੀਂ ਕੀਤਾ ਤੇ ਤੁਸੀਂ ਉੱਥੇ ਆ ਕੇ ਖਾਇਓ। ਰੋਟੀ ਉਹਨਾਂ ਨੇ ਬੜੀ ਅੱਛੀ ਦਿੱਤੀ ਜੀ। ਖਾ ਖੋ ਕੇ ਜਦੋਂ ਲੇਟੇ ਤੇ ਮੈਂ ਤਾਂ ਹੁਣ ਬਿਲਕੁਲ ਫਰਕ ਇਹਨਾਂ ਤੋਂ ਲੇਟਦਾ ਸੀਗਾ, ਕਿਉਂਕਿ ਦੁਆ ਕਰਦੇ ਸੀ, ਮੈਂ ਤਾਂ ਦੁਆ ਕਰਨੀ ਨਹੀਂ ਹੁੰਦੀ ਸੀਗੀ। ਉਹ ਇੱਦਾਂ ਦੂਰ ਬੈਠੇ ਤੇ ਮੈਂ ਇੱਥੇ ਦੀਵਾਰ ਨਾਲ ਲੱਗਿਆ ਹੋਇਆ ਦੁਆ ਕਰੇ। ਤੜਕੇ ਉੱਠ ਕੇ ਆਪਣੀ ਆਪਣੀ ਜੋ ਵੀ ਖੁਦਾ ਦੇ ਕੋਲੋਂ ਮੰਗਣਾ ਸੀ ਉਹ ਮੰਗਦੇ ਗਏ। ਪਰ ਜਦੋਂ ਉਹਨਾਂ ਨੇ ਆਮੀਨ ਕਰਨਾ ਸੀਗਾ ਤਾਂ ਮੈਂ ਵੀ ਸ਼ਾਮਲ ਹੋਇਆ। ਤਾਂ ਮੈਨੂੰ ਉਸ ਵਕਤ ਕਿਸੇ ਨੇ ਇੱਥੋਂ ਫੜ ਲਿਆ। ਮੈਂ ਹੁਣ ਅੱਖਾਂ ਨਹੀਂ ਖੋਲ੍ਹਦਾ ਪਿਆ ਤੇ ਮੈਂ ਵਿਚਾਰ ਕਰਦਾ, ਅੱਛਾ ਮੁੰਸ਼ੀ ਨੇ ਮੈਨੂੰ ਫੜਿਆ ਹੋਣਾ। ਜਦੋਂ ਉੱਥੇ ਆਵਾਜ਼ ਮੁੰਸ਼ੀ ਦੀ ਸੁਣੀ, ਨਹੀਂ ਜੱਕੀ ਨੇ ਫੜਿਆ ਹੋਣਾ ਮੈਨੂੰ। ਜਦੋਂ ਜੱਕੀ ਦੀ ਆਵਾਜ਼ ਉੱਥੇ ਆਉਣ ਲੱਗੀ, ਨਹੀਂ ਉਹ ਇੱਕ ਇਹਨਾਂ ਦੇ ਨਾਲ ਭਰਾ ਹੁੰਦਾ ਸੀਗਾ, ਤੇ ਮੈਂ ਕਿਹਾ ਵੀ ਸ਼ਾਇਦ ਰਤਨ ਚੰਦ ਹੋਣਾ। ਜਦੋਂ ਉਹਨਾਂ ਨੇ ਸਾਰਿਆਂ ਨੇ ਦੁਆ ਕਰ ਲਈ ਤੇ ਆਮੀਨ ਕੀਤਾ, ਮੈਂ ਇੱਕਦਮ ਅੱਖਾਂ ਖੋਲ੍ਹ ਕੇ ਮੈਂ ਦੇਖਿਆ ਮੈਨੂੰ ਕਿੰਨੇ ਫੜਿਆ। ਤਾਂ ਮੈਂ ਜਦੋਂ ਦੇਖਦਾ
तो सारे एडी दूर है, मैं एडी दूर बैठा हैगा। और मैं उन्होंने कहा तुसीं बाद च गलबात करियो पर मैनू दसो मैनू किन्ने फड़िया। वो कहिंदे बस जकी कहंदे तैनू किन्ने फड़ना, तेरी यसु मसीह ने फड़िया, होर तैनू किन्ने फड़ना है? हैं तू साडी टीम दे विच रह के भी साडे नाल दा नहीं बनदा पिया, हैं तैनू होर किन्ने फड़ना? असीं तां कहंदा इत्थे बैठे हैगे आ। लो जी ये गल जदों हो गई, चलो बई चक्को अपने बाजे ढोलकियां शुरू कर दो। पर मेरे दिमाग 'ਚ गल घूमदी रही यार, मैनू इस वाकया ही यसू मसीह ने फड़िया। कि यकीन नहीं हो रहा सी, यकीन हो नहीं रहा सीगा। जदों इदां होई, चलो उस तो बाद सारा दिन गीत गुत गाए। उस तो बाद उतों बस्से बैठ गए तो असी बटाले तो पिंड शिशरेवाल एक है, उत्थे असी आ गए। रात की मीटिंग उत्थे मुंशी साहब प्रचार कर रहे, कहते यसु मसीह जड़ा बहुत जल्दी आ रहा है, बहुत जल्दी आ रहा है। इदां 2-3 वारी इन्हां ने कहा तो मेरी अचानक ही इदां जदों नज़र गई तो आसमान एकदम खुल गया और मैं यसु मसीह नूं आउंदिआं देख रहा। अखां खोलियां, सारे लोग मान लो बैठे हुए आ, मैं दर्शन देख रहा। यसु मसीह आ रहे, यसु मसीह आ रहे है। मैं देख के इन्ना खुश हो रहा, इन्ना खुश हो रहा। कहता यसु मसीह बहुत जल्दी, मैं आ नहीं रहा तो आ दे खड़ा। उन्नी देर नूं मेरी अखां तो अलोप हो गए। मान लो इन्ना कुछ होने के बावजूद भी वापस घर आ गए। फिर वो अपना काम करते रहे, मैं अपना काम करता रहा। वारागर्दी इधर चल ओ फिल्म देख आने, ओ फिल्म देख आने हैगे आ। पर मैनू डर भी आउंदा सीगा, मैं छिप के जांदा हुंदा सी मुंशी तो, मैनू ये देखणगे तो मैनू मारनगे भी एक पासे तू इदां दीयां गल्लां करदा रही ना और एक पासे तू इहो जिहे काम करी जाने। मैं चुप हो जाता सीगा। पर मन अजीब जिहा हो जाता सीगा। वो मैं पिछली गल छड़ दी सीगी, वो संत पलूस दे बारे। जदों वो चले गए एक दिन बड़ा मन मेरा दुखी सीगा। लोग ताने मेहने आन के दिंदे रहिंदे सीगे ते मैं क्या ऐसी जिंदगी ना तो उदे मर जाना चाहिए, चंगा हैगा या रो रो के जिंदगी कादी गुजारनी जिंदगी हुंदी है। तो मेरे अंदर एकदम एक हिम्मत जी आई। मैं आदी मां नूं कहा मैनू एक बारी मंजे तो उठाओ। मेरी चाची सीगी, उन्होंने मैं दोनों ने उठाया। मैं सोफे अंदर मैं गया, ऐदां मैं हाथ रख के बैठ तो सकता नहीं सी। मैं यसु मसीह जां तो मैनू चक लै तो या मैनू तो चंगा कर दे। ये रो रो के जिंदगी नहीं मेरे को गुजारी जानी। छत खुल गई, आसमान खुल गया और एक फरिश्ता एडा वड्डा जिहदा उपर एक पैर जमीन ते, उन्हें आन के मेरे इथों 3 वारी दबाया। इन्नी बॉडी के अंदर सामर्थ चलेगी, बिजली का करंट इन्ना चला गया अंदर मेरे कि इधरले पासों एक भयानक आदमी भज गया। बस मेरे चेहरे का रंग चेंज हो गया। मैनू महसूस हो गया कि मैं चंगा हो गया। और ये चंगाई अगले दिन मैं माँ जिनका गर्म पानी करो, नाता नुता छिलके सारे उतर के मैं ठीक हो गया। ये होने के बावजूद भी मेरे दिमाग दे विच गल नहीं कोई भी आ रही। तो जदों असी पिंड शिशरेवाल तो
ਵਾਪਸ ਘਰ ਆ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਜਿੱਥੇ ਜਿੱਥੇ ਵੀ ਮੈਨੂੰ ਲੈ ਕੇ ਜਾਂਦੇ ਸੀ ਮੈਂ ਜਾਂਦਾ ਸੀ। ਦੇਹਰਾਦੂਨ ਅਸੀਂ ਗਏ ਇੱਕ ਵਾਰੀ, ਤੇ ਉੱਥੇ ਵੀ ਇੱਦਾਂ ਹੀ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ। ਫਿਰ ਜਗ੍ਹਾ ਜਗ੍ਹਾ ਮੰਦਿਰਾਂ ਦੇ ਅੱਗੇ ਗਵਾਹੀ ਦਿਓ, ਪ੍ਰਚਾਰ ਕਰੋ ਜੀ, ਇਹ ਕਰੋ ਉਹ ਕਰੋ। ਮੇਰੀ ਆਵਾਜ਼ ਬਹੁਤ ਜ਼ਿਆਦਾ ਸੀਗੀ, ਇਹਨਾਂ ਦੀ ਆਵਾਜ਼ ਨੂੰ ਕਾਟ ਕਰ ਜਾਂਦੀ ਸੀਗੀ ਮੇਰੀ ਆਵਾਜ਼ 'ਚ। ਇੰਨਾ ਮਤਲਬ ਪਾਵਰ ਮੇਰੇ ਅੰਦਰ ਰੱਬ ਵੱਲੋਂ ਹੀ ਸੀਗੀ। ਪਰ ਮੈਂ ਕਦੀ ਵੀ 8 ਵਜੇ ਤੱਕ ਲੋਕ ਸੁੱਤੇ ਰਹਿੰਦੇ ਹੈਗੇ ਆ, ਸੇਵਕ ਵੀ ਸੁੱਤੇ ਰਹਿੰਦੇ ਹੈਗੇ ਆ ਕਈ ਹੈਂ। ਅਗਰ ਸਾਰੀ ਰਾਤ ਦੁਆ ਕੀਤੀ ਸੀਗੀ ਤਾਂ ਸੁੱਤਾ, ਉਹ ਸਾਰੀ ਰਾਤ ਦੁਆ ਕੀਤੀ ਸੀ, ਉਹ ਸਾਰੀ ਰਾਤ ਦੁਆ ਕਰਕੇ ਸਾਰਾ ਦਿਨ ਘੁੰਮਦਾ ਸੀਗਾ, ਪ੍ਰਚਾਰ ਕਰਦਾ ਸੀ। ਮੈਂ ਕਦੀ ਜ਼ਿੰਦਗੀ 'ਚ ਇੱਦਾਂ ਨਹੀਂ ਕੀਤੀ। ਜੇ ਮੈਂ ਸਾਰੀ ਰਾਤ ਵੀ ਦੁਆ ਕੀਤੀ ਤਾਂ ਮੈਂ ਸਵੇਰ ਨੂੰ ਉਹ ਨਹੀਂ ਉਨੀ ਨੀਂਦ ਲਈ ਮੈਂ ਲਈ ਕਦੀ ਵੀ ਨਾ। ਮੈਂ ਉਹ ਟਾਈਮ ਜਿਹੜਾ ਆਪਣਾ ਦੁਆ ਦਾ ਟਾਈਮ ਉਹ ਨਾ ਗੁਜ਼ਾਰਨਾ ਹੀ ਗੁਜ਼ਾਰਨਾ ਆ। ਦਿਨ ਵਿੱਚ ਮੈਂ ਕਦੀ ਨਹੀਂ ਇਹ ਕਰਦਾ। ਦਿਨ ਵਿੱਚ ਆਪਣਾ ਦੁਆ ਕਰਨੀ ਆ, ਬਾਈਬਲ ਪੜ੍ਹਨੀ ਆ, ਬਸ ਮੇਰੇ ਜ਼ਿੰਦਗੀ ਦੇ ਵਿੱਚ ਇਹੀ ਆ। ਇੰਨੇ ਸਾਲਾਂ ਦਾ ਮੇਰਾ ਤਜਰਬਾ ਇਹੀ ਆ। ਅਸੀਂ ਦੁਆ ਦੁਪਹਿਰ ਨੂੰ ਮੌਕਾ ਮਿਲੇ ਦੁਪਹਿਰ ਨੂੰ ਕਰੋ, ਸ਼ਾਮ ਨੂੰ ਮੌਕਾ ਮਿਲੇ ਸ਼ਾਮ ਨੂੰ ਕਰੋ। ਆਪਣੀ ਜ਼ਿੰਦਗੀ ਦੇ ਵਿੱਚ ਮੈਂ ਇਹ ਆਪਣੇ ਨੇਮ ਬਣਾ ਕੇ ਰੱਖੇ ਹੈ। ਪਿਤਾ ਯੀਸ਼ੂ ਮਸੀਹ, ਤੇਰੇ ਨਾਮ ਦੇ ਵਿੱਚ ਅਸੀਂ ਇਕੱਠੇ ਹੋ ਕੇ ਇਸ ਗਵਾਹੀ ਨੂੰ ਸ਼ੇਅਰ ਕੀਤਾ ਹੈ। ਪ੍ਰਭੂ, ਤੂੰ ਤੇ ਹਜ਼ਾਰਾਂ ਹੀ ਕੰਮ ਮੇਰੀ ਜ਼ਿੰਦਗੀ 'ਚ ਕੀਤੇ ਆ, ਤੇ ਅੱਜ ਪ੍ਰਭੂ ਇਹ ਥੋੜ੍ਹੇ ਜਿਹੇ ਕੰਮ ਜਿਹੜੇ ਤੂੰ ਮੇਰੀ ਜ਼ਿੰਦਗੀ 'ਚ ਕੀਤੇ ਸੀ ਅੱਜ ਮੈਂ ਬਿਆਨ ਕੀਤੇ ਆ। ਪ੍ਰਭੂ, ਜਿੱਥੋਂ ਤੱਕ ਇਹ ਆਵਾਜ਼ ਪਹੁੰਚੇ ਇਸ ਚੈਨਲ ਦੇ ਦੁਆਰਾ ਸਭ ਲੋਕਾਂ ਨੂੰ ਬਰਕਤ ਦੇ। ਮੇਰੇ ਪ੍ਰਭੂ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇੰਤਜ਼ਾਮ ਕੀਤਾ ਹੈ ਉਹਨਾਂ ਸਭਨਾਂ ਨੂੰ ਬਰਕਤ ਦੇ। ਸਾਰੀ ਜ਼ਿੰਦਗੀ ਪ੍ਰਭੂ ਤੇਰਾ ਬਣ ਕੇ ਹੀ ਮੈਂ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਆ। ਇਹੀ ਮੇਰੀ ਦੁਆ ਆ। ਮੈਨੂੰ ਬਲ ਦੇਈਂ ਕਿ ਬਾਕੀ ਕੰਮ ਜਿਹੜੇ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਕੀਤੇ ਆ ਉਹ ਵੀ ਮੈਂ ਲੋਕਾਂ ਤੱਕ ਪਹੁੰਚਾ ਸਕਾਂ, ਕਿ ਆਕਾਸ਼ ਦੇ ਨੀਚੇ ਪ੍ਰਿਥਵੀ ਦੇ ਉੱਤੇ ਸਿਰਫ ਇੱਕ ਨਾਮ ਯਿਸੂ ਹੈ ਜਿਹੜਾ ਸਭ ਕੰਮ ਕਰਦਾ, ਦੁੱਖਾਂ ਨੂੰ ਸਹਿਣ ਦਾ ਬਲ ਦਿੰਦਾ, ਬਿਮਾਰਾਂ ਨੂੰ ਚੰਗਾ ਕਰਦਾ, ਬਦਰੂਹਾਂ ਨੂੰ ਕੱਢ ਦਿੰਦਾ ਤੇ ਕਮਜ਼ੋਰਾਂ ਨੂੰ ਬਲ ਦੇ ਦਿੰਦਾ ਤੇ ਬਿਮਾਰਾਂ ਨੂੰ ਸ਼ਿਫਾ ਦੇ ਦਿੰਦਾ ਆ। ਜਿੰਨੇ ਵੀ ਲੋਕ ਇਸ ਗਵਾਹੀ ਨੂੰ ਸੁਣਨ ਤੇ ਉਹਨਾਂ ਉੱਤੇ ਤੇਰੀ ਵੱਡੀ ਕਿਰਪਾ ਹੋਵੇ। ਇਸ ਦੁਆ ਨੂੰ ਸੁਣੋ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੰਗਦੇ, ਆਮੀਨ। ਇਹ ਸਨ ਸਾਡੇ ਨਾਲ ਪ੍ਰਭੂ ਦੇ ਦਾਸ ਪਾਸਟਰ ਸ਼ਫੀਕ ਮਸੀਹ ਜੀ ਰੰਧਾਵਾ ਜੀ, ਔਰ ਉਹਨਾਂ ਨੇ ਬੜੇ ਹੀ ਵਿਸਤਾਰ ਢੰਗ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਕਲੇਸ਼ਾਂ ਦੇ ਵਿੱਚੋਂ ਇਹ ਨਿਕਲੇ ਨੇ, ਬਿਮਾਰੀਆਂ ਦੁੱਖਾਂ ਦੇ ਵਿੱਚੋਂ ਨਿਕਲੇ ਨੇ। ਉਹ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਕੌਣ ਮੈਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ। ਤਾਂ ਉਹਨਾਂ ਨੇ ਬੜੇ ਹੀ ਵਿਸਤਾਰ ਢੰਗ ਦੇ ਨਾਲ ਦੱਸਿਆ ਕਿ ਕਿੱਦਾਂ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਉਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੇ, ਔਰ ਸਮੇਂ-ਸਮੇਂ 'ਤੇ ਪਰਮੇਸ਼ਵਰ ਨੇ ਆਪਣੇ ਰਸੂਲਾਂ ਨੂੰ ਭੇਜਿਆ, ਆਪਣੇ ਆਪ ਨੂੰ ਇਹਨਾਂ ਦੇ ਉੱਪਰ ਜ਼ਾਹਿਰ ਕੀਤਾ ਦਰਸ਼ਨਾਂ ਦੇ ਦੁਆਰਾ। ਔਰ ਅੱਜ ਇਹਨਾਂ ਨੇ 45 ਸਾਲ ਦਾ ਜੋ ਸਫ਼ਰ ਹੈ ਮਸੀਹ ਦੇ ਵਿੱਚ ਇੱਕ ਸੇਵਕ ਦੇ ਰੂਪ ਦੇ ਵਿੱਚ ਉਹਨੂੰ ਪੂਰਾ ਕੀਤਾ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਾਸਟਰ ਜੀ, ਤੁਸੀਂ RMS ਇੰਡੀਆ ਨਿਊਜ਼ ਚੈਨਲ ਦੇ ਨਾਲ ਜੁੜੇ ਔਰ ਆਪਣੀ ਨਿੱਜੀ ਗਵਾਹੀ ਨੂੰ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਥੈਂਕ ਯੂ। ਜੈ ਮਸੀਹ।